सतनाम वाहिगुरु साहिब जियो। मांझ महला चौथा। आदि पुरख अपरंपर आपे, आपे थापे थाप उथापे। आदि पुरख अपरंपर आपे, आपे थापे थाप उथापे। सब में वरतै एको सोई, गुरमुख शोभा पावणिया। हऊँ वारी जियों वारी, निरंकारी नाम त्यावणिया। तिस रूप ना रेखिया घट घट देखिया, गुरमुख अलख लखावणिया। रहाओ तू दयाल कृपाल प्रभ सोई, तुद बिन दूजा अवर न कोई। गुर प्रसाद करे नाम देवै, नामे नाम समावणिया। तू आपे सच्चा सिरजनहारा, भगति भरे तेरे भंडारा। गुरमुख नाम मिलै मन पीजै, सहज समाध लगावणिया। अन दिन गुण गावां प्रभ तेरे, तुद सा लाही प्रीतम मेरे। तुद बिन अवर ना कोई जाचां, गुर प्रसादी तू पावणिया। अगम अगोचर मित नहीं पाई, अपनी कृपा करह तू लह मिलाई। पूरे गुर कै शब्द तिहाइयै, शब्द सेव सुख पावणिया। रसना गुणवंती गुण गावै, नाम सलाहे सच्चे पावै। गुरमुख सदा रहै रंगराती, मिल सच्चे शोभा पावणिया। मनमुख कर्म करे अहंकारी, जूवै जन्म सब बाजी हारी। अंतर लोभ महा गुबारा, फिर आवण जावणिया। आपे करता दे वडियाई, जिनको आप लिखत तुर पाई। नानक नाम मिलै पहो भंजन, गुर शब्दी सुख पावणिया। नानक नाम मिलै पहो भंजन, गुर शब्दी सुख पावणिया। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी दी अपर अपार बख्शिश। शाम समय संगत ਦਾ ਸਮਾਂ ਅਸੀਂ ਓਂਟਾਰੀਓ ਖਾਲਸਾ ਦਰਬਾਰ ਦੇ ਪਾਵਨ ਸਥਾਨ ਤੋਂ ਮਾਣ ਰਹੇ ਹਾਂ। ਵਡਭਾਗੀ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿਆਖਿਆਨ ਦੀ ਪ੍ਰਾਰੰਭਤਾ ਅਸੀਂ ਸ਼ਹੀਦ ਸਰਦਾਰ ਬਿੰਦ ਸਿੰਘ ਹੋਰਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆਂ ਕਰਦੇ ਹਾਂ। ਅੱਜ ਉਹ ਦਿਨ ਹੈ ਜਿੱਦਣ ਉਹਨਾਂ ਨੇ ਕੌਮ ਦੀ ਉਤਰੀ ਹੋਈ ਦਸਤਾਰ ਉਹਦੇ ਸਿਰ 'ਤੇ ਵਾਪਸ ਟਿਕਾਈ। ਉਹਨਾਂ ਮਰਜੀ ਵੜਿਆਂ ਨੂੰ ਕੋਟਾਨ ਕੋਟ ਨਮਸਕਾਰ। ਗੁਰਬਾਣੀ ਵਿਆਖਿਆਨ ਦੇ ਵਿੱਚ ਮਾਝ ਰਾਗ ਚੱਲਦਾ ਪਿਆ। ਮਾਝ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੁਆਰਾ ਉਚਾਰਨ ਕੀਤਾ ਗਿਆ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ। ਰਹਾਉ ਦਾ ਪਦਾ ਬੀਤੇ ਕੱਲ ਬਾ ਵਿਸਥਾਰ ਬੜੇ ਡਿਟੇਲਡ ਵੇ ਦੇ ਨਾਲ ਅਸੀਂ ਵਿਚਾਰਿਆ ਸੀਗਾ। ਅੱਜ ਵਿਚਾਰ ਦਾ ਆਗਾਜ਼ ਤਾਂ ਇੱਥੋਂ ਹੀ ਹੋਏਗਾ, ਬਟ ਜ਼ਿਆਦਾ ਸਮਾਂ ਅਸੀਂ ਜੋ ਸ਼ਬਦ ਦੇ ਦੂਜੇ ਹਿੱਸੇ ਨੇ ਉਹਨਾਂ ਨੂੰ ਵਿਚਾਰਨ ਤੇ ਲਾਵਾਂਗੇ। ਮਹਾਰਾਜ ਜੋ ਬਿਆਨ ਕਰਦੇ ਕਿ ਹਾਂ ਵਾਰੀ ਜਿਉਂ ਵਾਰੀ, ਨਿਰੰਕਾਰੀ ਨਾਮ ਧਿਆਵਣਿਆ। ਮੈਂ ਕੁਰਬਾਨ ਜਾਨਾ, ਮੈਂ ਵਾਰਨੇ ਜਾਨਾ। ਗੁਰੂ ਰਾਮਦਾਸ ਆਪਣੇ ਤੇ ਬਾਤ ਟਿਕਾਉਂਦੇ ਕਿਤੇ ਤੋਂ ਨਿਰੰਕਾਰੀ ਨਾਮ ਧਿਆਵਣਿਆ। ਨਾਮ ਰੱਬੀ ਹਸਤੀ ਦਾ ਪ੍ਰਤੀਕ ਹੈ। ਇਸ ਤਰ੍ਹਾਂ ਕਹਿ ਲਓ ਕਿ ਉਹ ਵਿਚਾਰ ਖਿਆਲ ਸਮਝ ਸੋਚ ਸਿੱਖਿਆ ਜੋ ਸਾਡੇ ਮਨ ਮੰਡਲ ਦੇ ਵਿੱਚ ਪ੍ਰਵਿਰਤ ਹੁੰਦੀ ਹੈ, ਸਾਡੇ ਮਨ ਮੰਡਲ ਦੇ ਵਿੱਚ ਲਗਾਤਾਰ ਮੁਸਲਸਲ ਪ੍ਰੋਸੈਸ ਕਰਦੀ ਹੈ, ਉਹ ਚੀਜ਼ ਨਾਮ ਹੈ। ਅਤੇ ਉਸ ਨਾਮ ਦਾ
ਜਿਹੜਾ ਸਹੀ ਰੂਪ ਦੇ ਵਿੱਚ ਪਰਿਪੇਖ ਹੈ, ਭਾਵ ਜੋ ਚੀਜ਼ ਵਾਕਿਆ 'ਚ ਸੋਭਦੀ ਹੈ ਸਾਡੇ ਅੰਦਰ, ਉਹ ਨਿਰੰਕਾਰ ਹੈ, ਨਿਰੰਕਾਰੀ ਨਾਮ। ਉਹ ਹਸਤੀ ਜਿਹੜੀ ਜ਼ਰਰੇ ਜ਼ਰਰੇ 'ਚ ਮੌਜੂਦ ਆ, ਜਿਹਦੇ ਕਰਕੇ ਅਸੀਂ ਸਭ ਤੁਸੀਂ ਸਭ ਜੀਵਨ ਮਾਣ ਰਹੇ ਹਾਂ, ਉਹ ਓਂਕਾਰ ਰੂਪ ਹੋ ਕੇ ਜੋ ਵਿਚਰ ਰਿਹਾ ਹੈ, ਉਸ ਨੂੰ ਸਭ ਵਿੱਚ ਵਸਦਾ ਹੋਇਆ ਵੇਖਦਿਆਂ ਹੋਇਆਂ ਜੀਵਨ ਦੇ ਕਿਸੇ ਅਸੂਲਾਤਮਕ ਪੱਖ ਨੂੰ ਅਡਾਪਟ ਕਰਨਾ, ਇਹ ਭਗਤੀ ਹੈ, ਇਹ ਸਿੱਖੀ ਹੈ। ਇਸ ਨੂੰ ਗੁਰੂ ਬਾਬਾ ਜੀ ਨੇ ਕਈ ਰੂਪਾਂ 'ਚ ਬਿਆਨ ਕੀਤਾ ਕਿ ਤੁਸੀਂ ਇਹ ਪੜ੍ਹਦੇ ਹੋ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਨਿਰਗੁਣ ਰੂਪ ਨੂੰ ਗੁਣਾਤਮਕ ਪੱਖ ਤੋਂ ਯਾਦ ਕੀਤਾ ਜਾਂਦਾ ਤੇ ਕਿਹਾ ਗਿਆ ਤੇਰੇ ਨਾਲ ਅਰਦਾਸ ਇਸ ਕਰਕੇ ਕਰ ਰਿਹਾ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਿਉਂਕਿ ਜੇ ਭਗਤੀ ਦੇ ਰਾਹ ਤੇ ਮੈਂ ਜਾਵਾਂਗਾ ਤੇ ਮੈਨੂੰ ਗੁਣ ਚਾਹੀਦੇ ਨੇ, ਤੇ ਗੁਣਾਂ ਦਾ ਦਾਤਾ ਤੂੰ ਹੈ, ਤੂੰ ਹੀ ਨਵਾਜੇਂਗਾ। ਤੇ ਜੇ ਰੱਬ ਦੀ ਕੋਈ ਮੂਰਤੀ ਬਣਾ ਕੇ ਪੂਜਾ ਕਰਕੇ ਬੰਦਾ ਗੁਮਾਂ ਕਰੇ ਕਿ ਮੈਂ ਬੜਾ ਵੱਡਾ ਭਗਤ ਹੋ ਗਿਆ, ਫਿਰ ਗੁਣ ਗ੍ਰਹਿਣ ਕਰਨ ਦੀ ਲੋੜ ਨਾ ਰਹਿ ਜਾਏਗੀ, ਫਿਰ ਜੀਵਨ ਵਿੱਚ ਕੋਈ ਉਚੇਰਾ ਅਮਲ ਲਿਆਉਣ ਦੀ ਲੋੜ ਨਾ ਰਹਿ ਜਾਏਗੀ। ਇੱਥੇ ਤੇ ਭਗਤੀ ਹੈ ਜੀਵਨ ਸੁਧਾਰਨ ਦੀ, ਇੱਥੇ ਤੇ ਭਗਤੀ ਹੈ ਆਪਣੇ ਆਪੇ ਨੂੰ ਉੱਚਿਆਂ ਚੁੱਕਣ ਦੀ। ਇੱਥੇ ਤੇ ਬੜਾ ਸਪਸ਼ਟ ਆ, ਆਪ ਸਵਾਰੈ ਮੈਂ ਮਿਲੈ। ਜੇ ਨਹੀਂ ਸਵਾਰੇਗਾ ਆਪਣੇ ਆਪੇ ਨੂੰ, ਆਪਣੇ ਆਪੇ ਤੇ ਕੰਮ ਨਹੀਂ ਕਰੇਗਾ, ਤੂੰ ਰੱਬ ਦਾ ਭਗਤ ਨਹੀਂ ਗਾ। ਇੱਥੇ ਭਗਤੀ ਦਾ ਆਹ ਰੂਪ ਹੈ, ਇਹ ਨਿਰੰਕਾਰ ਭਗਤੀ ਹੈ, ਨਿਰਗੁਣ ਭਗਤੀ ਹੈ। ਅਗਲਾ ਬਚਨ ਸੀਗਾ ਇਹਦੇ ਨਾਲ ਹੀ, ਸਭ ਕਹਿੰਦੇ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ। ਉਹਦੀ ਕੋਈ ਰੂਪ ਰੇਖਾ ਨਹੀਂ ਗੀ, ਕੋਈ ਸਪੈਸੀਫਿਕ ਡਿਸਕ੍ਰਿਪਸ਼ਨ ਦਿੱਤੀ ਜਾਏ ਕਿ ਰੱਬ ਇਹੋ ਜਿਹਾ ਹੈ, ਰੱਬ ਇਸ ਤਰ੍ਹਾਂ ਦਾ। ਬਾਬਾ ਜੀ ਕਹਿੰਦੇ ਕੀ ਦੇਵਾਂਗੇ ਉਹਨੂੰ? ਤੇ ਕਿਹਾ ਗਿਆ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਹਰ ਰੰਗ ਵਿੱਚ ਵੀ ਉਹ ਹੈ ਤੇ ਬਹੁ ਰੰਗ ਵਿੱਚ ਵੀ ਉਹ ਹੈ। ਇੱਕ ਸਪੈਸੀਫਿਕ ਰੰਗ ਵੀ ਉਹਦੇ ਵਿੱਚੋਂ ਆ ਰਿਹਾ, ਤੇ ਸਾਰਾ ਜੋ ਇਹ ਮਲਟੀ ਕਲਰ ਨਿਜ਼ਾਮ ਸਾਰਾ ਅਸੀਂ ਦੇਖਦੇ ਹੈਗੇ, ਇਹ ਵੀ ਉਹਦਾ ਹੀ ਹੈ। ਸੋ ਭਾਵੇਂ ਉਹ ਜੋਤ ਸਰੂਪ ਹੈ। ਕਿਆ ਤਿਸ ਰੂਪ ਨਾ ਰੇਖਿਆ, ਹਾਂ ਘਟ ਘਟ ਦੇਖਿਆ। ਈਰਖਾ ਦੁਆਇਕ ਸਾੜਾ ਨਫ਼ਰਤ ਅਮੀਰ ਤੇਰ, ਇਹਦੇ 'ਚ ਜਿਉਣ ਵਾਲੇ ਮਨੁੱਖ ਨਰਕ ਭੋਗਦੇ। ਤੇ ਬਾਬਾ ਜੀ ਕਹਿੰਦੇ ਜਦੋਂ ਰੱਬ ਦੀ ਜੋਤ ਸਭ ਵਿੱਚ ਵੇਖੇਗਾ, ਫਿਰ ਤੇਰੇ 'ਚ ਇਹ ਚੀਜ਼ ਘਟ ਜਾਏਗੀ, ਖਤਮ ਹੋ ਜਾਏਗੀ। ਸੋ ਇਹ ਹੈ ਭਗਤੀ ਦਾ ਭਾਵ, ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਣਿਆ। ਬਟ ਸਮਹਾਉ ਵੀ ਆਰ ਨੋਟ ਏਬਲ to become that much visionary. So Baba ji, how can we do that? How can we get there? How can we actually be like that? ਤੇ ਬਾਬਾ ਜੀ ਨੇ ਕਿਹਾ ਗੁਰਮੁਖ, ਗੁਰੂ ਵੱਲ ਮੂੰਹ ਕਰ, ਗੁਰੂ ਮਦਦ ਕਰੇਗਾ, ਗੁਰੂ ਗਿਆਨ ਦੇਗਾ, ਤੇ ਗੁਰੂ ਦੀ ਸੁਰਤ ਦੇ ਨਾਲ ਅਲਖ ਜਿਹੜਾ ਨਹੀਂ ਦਿਸ ਰਿਹਾ ਉਹ ਦਿਸ ਪਾਵੇਗਾ। ਭਾਵ ਉਸ ਨਿਰੰਕਾਰ ਨਿਰਗੁਣ ਸਰੂਪ ਦੇ ਨਾਲ ਤੇਰੀ ਸਾਂਝ ਬਣਾਵੇਗੀ। ਇਹ ਰਹਾਉ ਦਾ ਪਦਾ ਸੀ, ਸ਼ੁਰੂਆਤੀ ਬੰਦ ਹੈ, ਆਦ ਪੁਰਖ ਅਪਰੰਪਰ ਆਪੇ। ਆਦ ਪੁਰਖ ਅਪਰੰਪਰ ਆਪੇ ਮਨੁੱਖ ਨੂੰ ਗੁਰਮਤ ਇਹ ਬਿਆਨ ਕਰਦੀ ਹੈ। ਈਵਨ ਮਾਡਰਨ ਸਾਇੰਸ ਵਿੱਚ ਵੀ ਜੇ ਆ ਜਾਈਏ ਤਾਂ ਇਹ ਕਹਿੰਦੀ ਹੈ ਕਿ ਸਾਨੂੰ ਕੁਦਰਤ ਨੇ ਕਿਊਰੀਅਸ ਬਣਾਇਆ ਆ। ਅਸੀਂ ਕਿਸੇ ਮਰਜ਼ੀ ਹਾਲਾਤ 'ਚ ਹੋਈਏ, ਸਪੋਜ਼ ਇਹਨੂੰ ਬਹੁਤ ਸਿੰਪਲ ਕਰਕੇ ਬਿਆਨ ਕਰਦਾ ਹਾਂ, ਆਪਾਂ ਕਿਤੇ ਕਿਸੇ ਕੰਮ ਜਾਈਏ, ਆਪਾਂ ਗਰੋਸਰੀ ਖਰੀਦਣ ਵਾਸਤੇ ਗਏ ਹਾਂ ਸਟੋਰ ਦੇ ਵਿੱਚ, ਡੈਫੀਨੇਟਲੀ ਗਰੋਸਰੀ ਤੇ ਬਾਏ ਕਰਾਂਗੇ ਅਸੀਂ ਉੱਥੇ, ਪਰ ਉੱਥੇ ਸਾਨੂੰ ਕੁਝ ਹੋਰ ਚੀਜ਼ ਨਜ਼ਰ ਪੈ ਗਈ, ਕਿਸੇ ਕਿਸਮ ਦੀ ਕੋਈ ਸੀ ਬੰਦਾ ਦੇਖ ਲਿਆ, ਕੋਈ ਸਪੈਸੀਫਿਕ ਚੀਜ਼ ਸਾਨੂੰ ਅਟਰੈਕਟ ਕਰ ਗਈ, ਤੇ ਸੱਚ ਇਹ ਹੈ ਅਸੀਂ ਉਹਦੇ ਬਾਰੇ ਕਿਊਰੀਅਸ ਹੋ ਜਾਵਾਂਗੇ, ਸੋਚਣ ਲੱਗ ਜਾਵਾਂਗੇ, ਦੇਖਣ ਲੱਗ ਜਾਵਾਂਗੇ, ਹੋ ਸਕਦਾ ਪੁੱਛਣ ਵੀ ਲੱਗ ਜਾਈਏ ਵੀ ਭਾਈ ਆਹ ਕੀ ਚੀਜ਼ ਹੈ, ਤੂੰ ਕੀ ਕਰ ਰਿਹਾ ਆਹ ਸਰੂਪ ਦੇ ਵਿੱਚ। ਇਹ ਬਿਰਤੀ ਨੈਚੁਰਲ ਸਾਡੇ ਅੰਦਰ ਪਾਈ ਗਈ ਹੈ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਬਹੁਤਾਇਤ ਹੰਡਾਉਂਦੇ ਜੀਂਦੇ ਵੇਖਦੇ ਆਲੇ ਦੁਆਲੇ, ਉਹਨਾਂ ਸਭ ਦੇ ਬਾਬਤ ਜਿਹੜਾ ਕਿਊਰੀਅਸ ਲੈਵਲ ਆ, ਇਹ ਡੇ ਬਾਈ ਡੇ ਵੱਧਦਾ ਲਗਾ ਜਾਂਦਾ। ਜਿਵੇਂ ਇਸ ਜਿਤਨਾ ਵੀ ਪਦਾਰਥਕ ਡਿਵੈਲਪਮੈਂਟ ਵੇਖੀ ਹੈ, ਇਹ ਮਨੁੱਖ ਦੀ ਕਿਊਰੀਅਸ ਨੇਚਰ ਵਿੱਚੋਂ ਆਈ ਹੈ। ਜਿਸ ਚੀਜ਼ ਨੂੰ ਦੇਖਿਆ ਤੇ ਉਸ ਚੀਜ਼ ਬਾਬਤ ਅੱਗੇ ਹੋਰ ਖੋਜ ਕਰਦੇ ਲਗੇ ਗਏ। ਇਹਨੇ ਹੀ ਬੰਦੇ ਨੂੰ ਸਮੁੰਦਰਾਂ ਦੇ ਰਾਹ ਪਾ ਦਿੱਤਾ। ਇਹ ਸਮੁੰਦਰਾਂ 'ਤੇ ਠਿੱਲਦਾ ਹੋਇਆ ਬੇੜੇ ਬੰਨ੍ਹ ਕੇ ਤੁਰਦਾ ਹੋਇਆ ਆਲੇ ਦੁਆਲੇ ਦੀਆਂ ਧਰਤੀਆਂ ਲੱਭਣ ਤੁਰ ਪਿਆ, ਹੋਰ ਲੋਕਾਂ ਨਾਲ ਜਾ ਕੇ ਦੀ ਵਾਬਸਤਗੀ ਹੋ ਗਈ। ਇਸ ਸਾਰੇ ਦੇ ਵਿੱਚੋਂ ਹੀ ਇਹ ਸਪੇਸ ਵਿੱਚ ਜਾਣ ਲੱਗ ਗਿਆ, ਸਭ ਉਹ ਸਾਰੇ ਰੂਪਾਂ ਦੇ ਵਿੱਚ। ਪਰ ਇਹਦੇ ਵਿੱਚ ਇਹ ਵੀ ਹੈ ਕਿ ਇਹ ਜਿਹੜਾ ਕਿਊਰੀਅਸ ਲੈਵਲ ਆ, ਇਹ ਬੰਦੇ ਨੂੰ ਕਿਤੇ ਕਿਤੇ ਬੜਾ ਪਰੇਸ਼ਾਨ ਤੇ ਬੜਾ ਤੰਗ ਵੀ ਕਰਦਾ ਆ। ਜਿਵੇਂ ਭਾਈ ਵੀਰ ਸਿੰਘ ਜੀ ਦੀ ਨਜ਼ਮ ਕਈ ਵਾਰੀ ਪੜ੍ਹਦੇ ਆ ਨਾ ਅਸੀਂ, ਉਹ ਕਹਿੰਦੇ ਵੀ ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੋਏ ਸਿਆਣੇ। ਕੀ ਹੋਇਆ, ਕਦੋਂ ਹੋਇਆ, ਕਿਸ ਤਰ੍ਹਾਂ ਹੋਇਆ। ਬਹੁਤਾ ਸਿਆਣਾ ਬੰਦਾ ਖੱਪ ਖੱਪ ਕੇ ਮਰ ਵੀ ਜਾਂਦਾ, ਕਈ ਵਾਰੀ ਇਹਦੇ 'ਚ ਖੰਚਤ ਹੋ ਜਾਂਦਾ। ਕਿਆ ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੋਏ ਸਿਆਣੇ। ਇਹ ਤਰ੍ਹਾਂ ਪਵੇਂ ਕਿਉਂ ਜਿੰਦੇ ਜਿਸ ਰਾਹ ਪੂਰ ਮੁਹਾਣੇ। ਹੇ ਮੇਰੀ ਜਿੰਦ, ਤੂੰ ਇਸ ਰਾਹ ਤੇ ਨਹੀਂ ਤੁਰਨਾ। ਪੂਰਾਂ ਦੇ ਪੂਰ ਡੁੱਬ ਗਏ ਇਸ ਰਾਹ ਦੇ ਉੱਤੇ।
ਗੁਰੂ ਨਾਨਕ ਸਾਹਿਬ ਦੇ ਸ਼ਬਦਾਂ 'ਚ ਅਸੀਂ ਪੜ੍ਹਦੇ ਹਾਂ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ, ਕਿਵ ਕਰੈ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂੰ ਇੱਕ ਸਿਆਣਾ। ਬੜੇ ਬੜੇ ਸਿਆਣਿਆਂ ਨੇ ਬੜੇ ਬੜੇ ਕਿਆਫਤੇ ਲਾਏ, ਬੜੀਆਂ ਬੜੀਆਂ ਪ੍ਰੋਜੈਕਸ਼ਨਸ ਕੀਤੀਆਂ, ਬੜੀਆਂ ਬੜੀਆਂ ਉਹਨਾਂ ਨੇ ਅਜ਼ੰਪਸ਼ਨਸ ਕੀਤੀਆਂ, ਐਜ਼ਿਊਮ ਕੀਤਾ ਚੀਜ਼ਾਂ ਨੂੰ, ਥਿਓਰੀਟੀਕਲ ਵੇ ਦੇ ਨਾਲ ਥਿਊਰੀਜ਼ ਦੇ ਵਿੱਚ ਬਿਆਨ ਕੀਤਾ। ਪਰ ਰਿਐਲਿਟੀ ਦੇ ਵਿੱਚ ਕੋਈ ਵੀ, ਭਾਵੇਂ ਬਿਗ ਬੈਂਗ ਥਿਓਰੀ ਹੈ, ਤੇ ਭਾਵੇਂ ਐਵੋਲੂਸ਼ਨਰੀ ਥਿਓਰੀ ਹੈ, ਤੇ ਭਾਵੇਂ ਕੋਈ ਹੋਰ ਥਰਡ ਪਾਰਟੀ ਥਿਓਰੀ ਹੈ, ਸਭ ਦੇ ਵਿੱਚ ਬੰਦਾ ਇੱਕ ਤਰ੍ਹਾਂ ਨਾਲ ਗਵਾਚ ਕੇ ਰਹਿ ਜਾਂਦਾ। ਗੁਰੂ ਮਹਾਰਾਜ ਕਹਿੰਦੇ ਜਿੰਨਾ ਲੋੜੀਂਦਾ ਉਹਦੇ 'ਤੇ ਫੋਕਸ ਕਰ, ਜੀਵਨ ਨੂੰ ਉਸ ਆਸ਼ੇ ਦੇ ਵਿੱਚ ਲੈ ਕੇ ਆ ਜਿਹਦੇ ਅੰਦਰ ਇੱਕ ਕਰਤਾਰੀ ਹਸਤੀ ਦਾ ਅਹਿਸਾਸ ਤੇਰੀ ਸੁਰਤ 'ਚ ਹੋਏ। ਇਹਨੂੰ ਹੋਰ ਸਮਝ ਲਈਏ ਕੋਈ ਡਿਫਰੈਂਟ ਵੇ ਦੇ ਨਾਲ, ਕਿਉਂਕਿ ਨਾਮ ਦੀ ਮਹਿਮਾ ਦੀ ਬਾਤ ਹੋ ਰਹੀ ਹੈ ਤੇ ਨਿਰਗੁਣ ਨਾਮ ਦੀ ਬਾਤ ਹੋ ਰਹੀ ਹੈ। ਆਪਾਂ ਕਰਤੇ ਭਾਵ ਵਿੱਚ ਜੀਨੇ ਆ ਸੰਸਾਰ ਦੇ ਵਿੱਚ। ਜਿਹੜਾ ਕਰਤਾ ਭਾਵ ਆ ਇਹ ਲੱਗਦਾ ਤੇ ਵਧੀਆ ਉਦੋਂ ਜਦੋਂ ਸਭ ਠੀਕ ਹੋ ਰਿਹਾ ਹੁੰਦਾ, ਉਦੋਂ ਬੰਦੇ ਦੀ ਕਰਤਾ ਭਾਵ ਦੀ ਜਿਹੜੀ ਬਿਰਤੀ ਹੈ ਵੱਧਦੀ, ਹਉਮੈ ਵੱਧਦੀ ਇਹਦੇ ਨਾਲ, ਵੀ ਯੈਸ ਆਈ ਐਮ ਡੂਅਰ ਐਂਡ ਆਈ ਐਮ ਡੂਇੰਗ ਐਵਰੀਥਿੰਗ ਅਕੋਰਡਿੰਗ ਟੂ ਮਾਈ ਓਨ ਵਿਸ਼ਜ਼, ਮਾਈ ਓਨ ਪਲਾਨਸ ਐਂਡ ਐਵਰੀਥਿੰਗ ਮੂਵਿੰਗ ਸਮੂਥਲੀ ਟੂਵਰਡ ਦੈਟ ਡਾਇਰੈਕਸ਼ਨ। ਪਰ ਇਹ ਥੋੜ੍ਹਾ ਜਿਹਾ ਸਾਰਾ ਕੁਝ ਐਵੇਂ ਚੱਲੇਗਾ। ਮਦਰ ਨੇਚਰ ਦਾ ਲਾ ਆ, ਚੀਜ਼ਾਂ ਰਜਿਸਟ ਵੀ ਕਰਦੀਆਂ ਨੇ, ਤੇ ਇਕੱਲਾ ਰਜਿਸਟ ਨਹੀਂ ਕਰਦੀਆਂ, ਚੀਜ਼ਾਂ ਫਾਇਰ ਬੈਕ ਵੀ ਕਰਦੀਆਂ ਨੇ, ਬਲਕਿ ਓਪੋਜ਼ਿਟ ਰਿਜ਼ਲਟ ਵੀ ਆਉਂਦੇ ਨੇ। ਉੱਥੇ ਜਾ ਕੇ ਜਿਹੜਾ ਡੂਅਰ ਆ ਉਹ ਬਹੁਤ ਤੰਗ ਹੁੰਦਾ ਫਿਰ, ਔਰ ਉਹ ਫਿਰ ਆਪਣੇ ਆਪ ਨੂੰ ਬਲੇਮ ਦਿੰਦਾ, ਉਹ ਸੋਚਦਾ ਉਹ ਹੋ ਨਹੀਂ ਸਕੀਮਾਂ ਲਾਉਂਦਾ, ਇਹ ਨਾ ਜੇ ਮੈਂ ਇੱਧਰੋਂ ਐਵੇਂ ਕਰ ਲੈਂਦਾ ਤੇ ਐਵੇਂ ਹੋ ਜਾਂਦਾ, ਜੇ ਆ ਹੋ ਜਾਂਦਾ, ਜੇ ਆ ਹੋ ਜਾਂਦਾ। ਸੱਚਾਈ ਇਹ ਹੈ, ਕਰਤੇ ਦੀ ਬਣਾਈ ਹੋਈ ਬਿਧ ਦੇ ਵਿੱਚ ਜੇ ਉਹਦੇ ਤੇ ਭਰੋਸਾ ਕਰਕੇ ਕਿਸੇ ਐਥਿਕਸ ਨੂੰ ਫੋਲੋ ਕਰੇਗਾ, ਜੀਵਨ ਸੁਖਨੁਮਾ ਹੋਏਗਾ। ਬਾਣੀ ਇਹ ਕਹਿ ਰਹੀ ਹੈ। ਇਸ ਸਾਰੇ ਦੇ ਵਿੱਚ ਈਗੋ ਨਹੀਂ ਤੇਰੀ ਪ੍ਰਮੋਟ ਹੋਏਗੀ, ਈਗੋ ਤੇਰੀ ਜਿਹੜੀ ਬੂਸਟ ਨਹੀਂ ਹੋਏਗੀ, ਉਸ ਨੂੰ ਤੂੰ ਕਿਸੇ ਲੈਵਲ ਤੇ ਸਪੇਸ ਨਹੀਂ ਦੇ ਪਾਏਗਾ। ਤੇ ਇਹ ਕਈ ਵਾਰ ਬੰਦਾ ਇੱਕ ਹੋਰ ਲੈਵਲ ਵੀ ਹੈ, ਜਿਵੇਂ ਅਸੀਂ ਬਹੁਤ ਈਗੋਟਿਸਟਿਕ ਲੈਵਲ ਤੇ ਜੀਣ ਲੱਗ ਜਾਈਏ ਨਾ, ਤੇ ਜੇ ਸਾਡੀ ਈਗੋ ਨੂੰ ਥੋੜਾ ਕੁਝ ਜ਼ਿਆਦਾ ਨੁਕਸਾਨ ਹੋ ਜਾਏ, ਐਂਡ ਵੀ ਈਵਨ ਡੋਂਟ ਵਾਂਟ ਟੂ ਲਿਵ, ਲੋਕ ਇੱਥੋਂ ਬਹੁਤ ਦੂਜੇ ਪਾਸੇ ਵੀ ਚੱਲ ਪੈਂਦੇ। ਇਸ ਕਰਕੇ ਬਾਬਾ ਜੀ ਕਹਿੰਦੇ ਦੇਖ, ਜੇ ਇਹ ਵੀ ਗੱਲ ਇਹ ਹੈ ਵੀ ਤੂੰ ਕਹਿਣਾ ਕਿ ਨਹੀਂ ਨਹੀਂ, ਜੇ ਮੇਰੇ ਆਹ ਗੱਲ ਇਸ ਤਰ੍ਹਾਂ ਨਾ ਹੋਈ ਐਂਡ ਆਈ ਡੋਂਟ ਵਾਂਟ ਟੂ ਲਿਵ, ਕਿਉਂ ਨਹੀਂ ਇੱਕ ਕੰਮ ਕਰਦਾ, ਇਹ ਈਗੋ ਨਹੀਂ ਮਾਰਦੇ। ਮਤਲਬ ਜਿਹੜੀ ਇੱਕ ਖਿਆਲ ਹੈ, ਜਿਹੜਾ ਇੱਕ ਸੋਚ ਆ, ਉਹੀ ਖਤਮ ਕਰਦੇ, ਆਪਣੇ ਆਪ ਨੂੰ ਜ਼ਰੂਰ ਖਤਮ ਕਰਨਾ ਹੈ। ਇਹ ਜਿਹੜੀ ਚੀਜ਼, ਇਹ ਨਾਮ ਦੀ ਚੀਜ਼ ਹੈ, ਨਿਰੰਕਾਰੀ ਨਾਮ ਇਹ ਹੈ। ਇੱਕ ਐਸੀ ਸੋਚ ਜਿਹੜੀ ਇੱਕ ਹਾਇਰ ਲੈਵਲ ਤੇ ਲੈ ਜਾਏ ਬੰਦੇ ਨੂੰ, ਤੇ ਉੱਥੇ ਜਾ ਕੇ ਫਿਰ ਬੰਦੇ ਨੂੰ ਸਮਝ ਆਉਂਦੀ ਆਦਿ ਪੁਰਖ ਅਪਰੰਪਰ ਆਪੇ। ਮੈਨੂੰ ਨਹੀਂ ਪਤਾ ਕਿੱਥੋਂ ਸ਼ੁਰੂਆਤ ਹੋਈ ਹੈ, ਕਿੱਥੇ ਜਾ ਕੇ ਖਤਮ ਹੋਣਾ ਹੈ ਕੰਮ। ਮੈਨੂੰ ਨਹੀਂ ਪਤਾ ਕਰਤੇ ਦੀ ਕੀ ਮਰਜ਼ੀ ਹੈ ਤੇ ਕੀ ਵਿਧ ਆ, ਕਿਵੇਂ ਇਹਨੇ ਸਿਸਟ ਸਾਜੀ ਤੇ ਕਿਵੇਂ ਚਲਾਈ। ਕਈ ਵਾਰ ਚੀਜ਼ਾਂ ਸਪਿਰਿਚੁਅਲੀ ਜਾਂ ਰਿਲੀਜੀਅਸਲੀ ਜੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਪਕੜੀਏ ਜਾਂ ਉਹਦੇ ਉੱਤੇ ਫੋਕਸ ਬਹੁਤ ਜ਼ਿਆਦਾ ਕਰੀਏ, ਤੇ ਬੰਦੇ ਦੀ ਸੁਰਤ ਸੌਣ ਵੀ ਲੱਗ ਜਾਂਦੀ ਹੈ। ਇਹਨੂੰ ਸਰਲ ਕਰਾਂ, ਆਈ ਯੂਜ਼ ਟੂ ਵਾਚ ਐਕਚੁਅਲੀ UK ਦੀ ਇੱਕ ਸੀਰੀਜ਼ ਹੁੰਦੀ ਸੀ, ਉਹ ਵਾਚ ਕਰਦਾ ਮੈਂ ਕਾਫੀ ਸਾਲ ਪਹਿਲਾਂ, ਤੇ ਉਹਦੇ 'ਚ ਹੁੰਦਾ ਕਿ ਵੱਖਰੇ ਵੱਖਰੇ 'ਚ ਐਪੀਸੋਡ ਵਿਖਾਉਂਦੇ। ਇੱਕ ਜਗ੍ਹਾ 'ਤੇ ਐਪੀਸੋਡ ਇਹ ਵਿਖਾਉਂਦੇ ਵੀ ਧਰਤੀ ਖਤਮ ਹੋਣ ਲੱਗੀ ਹੈ, ਤੇ ਧਰਤੀ ਖਤਮ ਹੋਣ ਲੱਗੀ ਹੈ, ਤੇ ਚੂਹੇ ਮਤਲਬ ਸਾਰੇ ਜਿਹੜੇ ਨੇ ਮਾਈਸ ਤੇ ਰੈਟਸ, ਉਹ ਇਕੱਠੇ ਹੋ ਕੇ ਤੇ ਉਹ ਇੱਕ ਮੀਟਿੰਗ ਕਰ ਰਹੇ ਨੇ, ਤੇ ਉਹ ਮੀਟਿੰਗ ਇਹ ਕਰ ਰਹੇ ਵੀ ਧਰਤੀ ਨੂੰ ਬਚਾਉਣਾ ਕਿਵੇਂ ਹੈ, ਮਤਲਬ ਇਹ ਚੀਜ਼ ਹੋ ਰਹੀ ਹੈ। ਤੇ ਉਹਦੇ ਵਿੱਚ ਇੱਕ ਚੂਹਾ ਬੁਨਿਆਦੀ ਸਵਾਲ ਪੁੱਛਦਾ ਹੈ, ਕਹਿੰਦਾ ਵੀ ਇਹ ਧਰਤੀ ਤੇ ਚਲੋ ਖਤਮ ਹੋ ਰਹੀ ਹੈ, ਇਹਨੂੰ ਬਚਾਉਣ ਵਾਸਤੇ ਤੁਸੀਂ ਐਫਰਟ ਪਾਵਾਂਗੇ, ਨੋ ਡਾਊਟ ਸਾਡੀ ਡਿਊਟੀ ਹੈ, ਬਟ ਧਰਤੀ ਬਣਾਈ ਕਿਉਂ ਸੀਗੀ, ਮਤਲਬ ਧਰਤੀ ਬਣੀ ਹੀ ਕਿਉਂ ਸੀਗੀ। ਤੇ ਉਹ ਕਹਿੰਦਾ ਪਾਗਲ, ਇਹੋ ਜਿਹੇ ਸਵਾਲ ਤੈਨੂੰ ਨਹੀਂ ਪਤਾ ਇਸ ਦਾ ਜਵਾਬ। ਕਹਿੰਦਾ ਕੀ? ਕਹਿੰਦਾ ਧਰਤੀ ਬਣੀ ਚੂਹਿਆਂ ਦੇ ਰਹਿਣ ਵਾਸਤੇ ਸੀ, ਇਹ ਤੇ ਚੂਹਿਆਂ ਨੂੰ ਗਿਫਟ ਕੀਤੀ ਸੀ ਮਦਰ ਨੇਚਰ ਨੇ। ਐਕਚੁਅਲੀ ਜੇ ਵੇਖਿਆ ਜਾਏ ਤੇ ਇਹ ਸਾਰੇ ਜਿੰਨੇ ਜੀਆ ਜੰਤ ਅਸੀਂ ਇੱਥੇ ਰਹਿ ਰਹੇ ਹਾਂ, ਸਾਡੀ ਸਾਰਿਆਂ ਦੀ ਇਹੋ ਚੀਜ਼ ਆ। ਅਸੀਂ ਆਪੋ ਆਪਣੇ ਤਰੀਕੇ ਦੇ ਜਿਹੜਾ ਹੈ ਪਰਸਪੈਕਟਿਵ ਲੈ ਕੇ ਬੈਠੇ ਆ। ਜੇ ਗੁਰਮਤਿ ਆਸ਼ੇ ਮੁਤਾਬਕ ਦੇਖੀਏ ਤੇ ਗੁਰਮਤਿ ਆਸ਼ਾ ਸਾਨੂੰ ਮਨੁੱਖਾਂ ਨੂੰ ਇਹ ਸਮਝਾਉਂਦਾ ਆ, ਰਾਤੀ ਰੁੱਤੀ ਥਿੱਤੀ ਵਾਰ। ਆ ਧਰਤੀ ਦਾ ਸਾਰਾ ਨਿਜ਼ਾਮ ਦੇਖੋ ਤੁਸੀਂ, ਨਿਜ਼ਾਮ ਦੇ ਵਿੱਚ ਬਦਲਾਅ ਹੈ, ਤਬਦੀਲੀ ਹੈ। ਕਿਤੇ ਰਾਤ ਦਿਨ ਬਦਲ ਰਹੇ ਨੇ, ਕਿਤੇ ਰੁੱਤਾਂ ਬਦਲ ਰਹੀਆਂ ਨੇ, ਕਿਤੇ ਤੱਤਾਂ ਦੇ ਵਿੱਚ ਵਰਤ ਰਹੇ ਵੱਖਰੇ ਵੱਖਰੇ ਸੁਭਾਵਕ ਤੌਰ ਤੇ ਗੁਣ ਦੋਸ਼ ਉਹ ਬਦਲ ਰਹੇ।
क्या राती रुती थित्ती वार पौन पानी अग्नि पाताल, फिर क्या तिस विच धरती थाप रखी धर्मसाल। इस सारे दे विच जिहड़ी धरती स्थापित कीती है ये धर्म दी गाह है, धर्म दी साल आ। बंदे जे तू वाकई च कुछ करना तो फिर धर्म नूं कमा, फिर धर्म दी आभा ते आ जा। ये चीज़ दे विच जिहड़ा हैगा उस नूं लै आ। इत्थे जाके फिर जिहड़ा क्यूरीअस लैवल आ साडा, एक जगह ते जाके उन्हों पूर्ण विराम मिलता, फुल स्टॉप मिलता आ। वो फिर एहसास आया मैं कौन हुन्ना बयान करने वाला, तो मैं कौन हुन्ना जानन वाला। जिन्हों गुरु नानक साहब ने कहा कुदरत कवन कहाँ विचार, वारिया ना जावा एक वार, जो तुद भावै साई भली कार। तू सदा सलामत, क्या निरंकारी नाम, निरंकार हे निरंकार, तू कायम दायम आ, तो मेरी सुरत तेरे नाल अंगेज होना चाहती है। फिर यह है इनफिनिटी है। जिवें तुसी पूरी कायनात नूं देखो, असी इनफिनिटी के कॉन्सैप्ट मूवीज़ बन गई हुण ते जिहड़ियां बच्चियां दियां लास्ट गेम के एंड गेम पता नहीं किहड़ी सी, आई वॉच्ड एक्चुअली विद माई किड्स। एवरीथिंग इज कमिंग फ्रॉम दैट काइंड ऑफ आइडियाज। आई हैव नो क्लू हैव दे रिटन गुरु ग्रंथ साहब और नॉट, आई हैव नो क्लू। दे आर कमिंग फ्रॉम एक्चुअली स्कूल ऑफ थॉट ऑफ गुरमत परस्पैक्टिव, बट दे आर ऑलमोस्ट नीयर बाय। जिहड़ा इनफिनिटी का यह कॉन्सैप्ट हैगा, जे आपां इहनूं इस लैवल ते देखीए, आप धरती ते या पूरे मतलब ब्रह्मंड नूं देखो, यूनीवर्स नूं, कॉस्मो नूं, पूरे दे पूरे नूं, इहदे च जिन्ने इहदे च तारे सियारे सब मोस्टली सारे ऑलमोस्ट गोल ने। पता नहीं कित्थों शुरू होंदे ने कित्थे खत्म होंदे ने, नैवर नो। यही चीज़ है कोई भी चीज़, ये सारे का सारा जिहड़ा ब्रह्मांड का कॉन्सैप्ट आ, इहदे विच भी एक इनफिनिटी है। किते ना बंदे नूं आद दिसदा ना अंत दिसदा। बाबा जी कहिंदे सच ये है, इस सारे आद अंत दे विच इक्को ही है, वह हस्ती वो शक्ति जिहड़ी एग्जिस्ट करती है, सतनाम, जिसनों कहा गया कि कीर्तम नाम कथै तेरे जिहबा, सतनाम तेरा परा पुरबला। जिहड़ा परा पुरबला आ, जिथे वाणी भी नहीं, परा तो बाद वाणी नहीं आउंदी, ते पुरबला जिहदे तो परा पूरब, उस तो अगे कुछ होर है नहीं गा। सो इस रूप में उन्होंने कहा गया आद पुरख अपरंपर आपे, तू आप ही आप है, अपरंपर आ, तेरे उरवारले पारले बन्ने का सानू कोई पता नहीं गा। आपे थापे थाप उथापे, बाकी थापन उथापन करने वाला ये भी तू आप है, सिरजन वाला, कड़न वाला, बनाने वाला, तोड़न वाला। जो होर डीप लैवल ते चले जाइए, एक रूप कुदरत ने दिता, जिवें आ शरीर हंडाए बंदा, तो शरीर की पकड़ बहुत हो जाए, तो फिर उहदे च मोह का इतना वावलेवा आ जाता कि बंदा माड़ा जिहा भी चेंजिज आउण। ईवन साडे काउंसलिंग दे साइकोलॉजी च बल समझाई जाती कि मिड एज सिंड्रम आउंदे बंदे दे कोल। जिवें ही बंदा एक एज दे नेड़े जा रहा है, उन्हें लगता केसां दे रंग बदल रहे ने, चेहरे का हाव भाव बदल रहा है, थोड़े बहुत रिंकल्स नज़र आउण लग गए ने, शरीर जिहड़ा उस लैवल ते उन्नी अंदर बस इन्नी बहुत है। अजे बुढ़ेपा आया नहीं, अजे कुछ वो पड़ा आया नहीं, पर बंदे की हालत ये बन गई भी ओहो लाइफ इज ओवर, गॉन एवरीथिंग, वेयर टू गो नाउ। ये सारी चीज़ जिहड़ी है ये की है, क्योंकि बंदा किसी चीज़ नूं पकड़ के कब्जा करना चाहता। बाबा फरीद ने इसे करके क्या, फरीदा जोबन जांदे ना डरा, लोकी बड़ा डरदे यरकदे, बाबा फरीद जी कहिंदे ये की है, मिट्टी की खेड है सारी। हाँ ये एनर्जी जरूर है, इस एनर्जी नूं सही पासे लाउणा चाहिए। फरीदा जोबन जांदे ना डरा, जे शह प्रीत ना जाए, अदरवाइज कितनी जोबन प्रीत बिन सुख गए कुमलाए। पता नहीं कितने यौवन उस प्रीत तो बिना, उस परपस तो बिना अजा ही चले गए। जिहड़ा वाक लिखिया महाराज ने, थापना उथापना उहदी किरिया आ, चीज़ां बनदियां एक मिकदार तक जांदियां, फिर टुट जांदियां, फिर बन जांदियां। जिन्हों साहब ने कहा जुड़ जुड़ विछुड़ा है, विछुड़ जुड़ा है, केतियां के बाप, केतियां के बेटे, केते गुरु चेले हुए, आपे थाप उथापे। वो थाप थाप के उथाप रहा, किन्नी वारी तत्त जुड़दे, किन्नी वारी उखड़ दे, तो फिर इत्थे रूप रेखावां बदलदियां तुरियां लगियां जांदियां। जिसनों क्या कि बाबा कबीर जी ने कहा भी ऐसे घर हम बहुत बसाए, जब हम राम गर्भ होए आए। पता नहीं कितने गर्भ हंडाए, तो किन्नी वारी इहो जे घर वसाए, तो किन्नी वारी इस रूप च उठे। ये करतारी नियम है, ये ब्रह्म ज्ञान है सारा, ये रियलिटी है।
ਬੰਦੇ ਦੀ ਸੁਰਤ ਜਦੋਂ ਇੱਥੇ ਚਲੀ ਜਾਂਦੀ ਹੈ ਤੇ ਉਸ ਨੂੰ ਫਿਰ ਧਰਤੀ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਡੇ ਨਾਈਟ ਤੰਗ ਹੋਈ ਜਾਂਦੇ ਹਾਂ। ਵੀ ਸਪੋਜ਼ ਕਰੋ ਬੰਦੇ ਦੀ ਹਾਲਤ ਤੇ ਇਹੀ ਇੰਨੀ ਬੜੀ ਹੈ ਕਿ ਸਟਰੀਟ ਤੇ ਕੋਈ ਤੁਰਿਆ ਜਾਂਦਾ ਬੰਦਾ, ਕਿਸੇ ਨੂੰ ਗੁੱਡ ਮਾਰਨਿੰਗ ਜਾਂ ਗੁੱਡ ਈਵਨਿੰਗ ਕੀਤੀ ਜਾਂ ਹਾਈ ਹੈਲੋ ਕੀਤੀ ਜਾਂ ਸਤਿ ਸ੍ਰੀ ਅਕਾਲ ਕੀਤੀ, ਅਗਲੇ ਨੇ ਜਵਾਬ ਨਹੀਂ ਦਿੱਤਾ, ਬੰਦਾ ਕਹਿੰਦਾ ਮੇਰਾ ਤੇਰਾ ਦਿਨ ਹੀ ਖਰਾਬ ਹੋ ਗਿਆ। ਹਫਤਾ ਇਹੀ ਸੋਚਦਾ ਰਿਹਾ, ਪਤਾ ਨਹੀਂ ਕਿਉਂ ਸਤਿ ਸ੍ਰੀ ਅਕਾਲ ਨਹੀਂ ਕੀਤੀ, ਪਤਾ ਨਹੀਂ ਕੀ ਹੋਇਆ। ਹੋ ਸਕਦਾ ਬੰਦੇ ਨੂੰ ਉੱਚਾ ਹੀ ਸੁਣਦਾ ਹੋਏ, ਹੋ ਸਕਦਾ ਵਿਚਾਰਾ ਆਪਣੀ ਦੁਨੀਆ 'ਚ ਕਿਤੇ ਗਵਾਚਾ। ਛੋਟੀ ਜਿਹੀ ਚੀਜ਼, ਦੈਟਸ ਮੋਰ ਦੈਨ ਐਨਫ। ਬਾਬਾ ਜੀ ਕਹਿੰਦੇ ਕਿਹੜੇ ਚੱਕਰਾਂ 'ਚ ਪਿਆ, ਵੱਡੇ ਰੂਪ ਨੂੰ ਦੇਖ, ਉਸ ਥਾਪ ਉਥਾਪ ਕਰਨ ਵਾਲੀ ਨਿਰੰਕਾਰੀ ਜੋਤ ਨੂੰ, ਉਹਦਾ ਤੂੰ ਰੂਪ ਹੈ, ਉਹਦੇ ਅਹਿਸਾਸ ਵਿੱਚ ਰਹੋ। ਇਹ ਸਭ ਸੰਸਾਰ ਸਮਾਜ ਉਹ ਚਲਾ ਰਿਹਾ, ਤੂੰ ਸਿਰਫ ਇੱਕ ਰੋਲ ਪਲੇ ਕਰ ਰਿਹਾ। ਹਾਂ, ਤੂੰ ਐਥੀਕਲੀ ਬੈਂਕਰਪਟ ਨਹੀਂ ਹੋਣਾ ਚਾਹੀਦਾ, ਸਪਿਰਿਚੁਅਲੀ ਤੇਰੇ ਅੰਦਰ ਅਧਿਆਤਮਕ ਤੱਕ ਤਲ ਦੇ ਉੱਤੇ ਤੇਰੇ ਅੰਦਰ ਅਵੇਅਰਨੈਸ ਹੋਣੀ ਚਾਹੀਦੀ ਹੈ। ਇਹ ਮੁੱਖ ਪਰਪਸ ਹੈ ਇਹਨਾਂ ਸ਼ਬਦਾਂ ਦਾ, ਐਜ਼ ਆਈ ਅੰਡਰਸਟੈਂਡ। ਬਾਬਾ ਜੀ ਬਿਆਨ ਕਰਦੇ, ਆਦਿ ਪੁਰਖ ਅਪਰੰਪਰ ਆਪੇ ਆਪੇ ਥਾਪ ਉਥਾਪੇ, ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ। ਸਭ ਵਿੱਚੋਂ ਇੱਕ ਵਰਤ ਰਿਹਾ, ਪਰ ਜਿਹੜਾ ਗੁਰਮੁਖ ਹੋ ਜਾਂਦਾ ਉਹ ਜੀਵਨ ਵਿੱਚ ਸੋਭਾ ਖੱਟ ਜਾਂਦਾ। ਸੋਭਾ ਖੱਟ ਜਾਣੀ, ਜੀਵਨ ਕਮਾ ਜਾਣਾ, ਹੰਡਾ ਜਾਣਾ, ਚੰਗੇਰੇ ਪੱਖ ਵਿੱਚ ਲਾ ਜਾਣਾ। ਆਪ ਵੀ ਦੇਖੋਗੇ ਕਿ ਵੈਸੇ ਤਾਂ ਆਪੋ ਆਪਣੀ ਜਨਰੇਸ਼ਨ ਦੇ ਮੁਤਾਬਕ ਹਰ ਬੰਦਾ ਆਪਣਾ ਰੋਲ ਪ੍ਰੋਪਰਲੀ ਪਲੇ ਕਰਦਾ, ਪਰ ਇਹ ਵੀ ਹੁੰਦਾ ਕਈ ਵਾਰੀ ਕੁਝ ਇਨਸਾਨ ਪਿੱਛੇ ਮੁੜ ਕੇ ਦੇਖਦੇ, ਗਾਲਾਂ ਕੱਢਦੇ ਮਾਂ ਬਾਪ ਨੂੰ, ਓਹੋ ਸਾਡੇ ਮਾਂ ਬਾਪ ਨੇ ਕੁਛ ਨਾ ਕੀਤਾ, ਗਵਾ ਦਿੱਤਾ, ਖਰਾਬ ਕਰਤਾ। ਇਹ ਕੀ ਹੈ? ਉਹ ਗੁਜ਼ਰ ਗਏ, ਤੁਰ ਗਏ, ਅਜੇ ਵੀ ਉਹਨਾਂ ਵਾਸਤੇ ਸ਼ੋਭਾ ਨਹੀਂ ਹੈ, ਅਸ਼ੋਭਾ ਆ। ਕੁਝ ਐਸੇ ਨੇ ਜਿਨ੍ਹਾਂ ਨੇ ਕੁਝ ਥੋੜ੍ਹਾ ਕੀਤਾ, ਚਲੇ ਗਏ, ਬਾਅਦ ਵਿੱਚ ਕਿਤੇ ਗੱਲ ਹੋਈ। ਇਹ ਸਾਡੇ ਮਾਂ ਬਾਪ ਦੀ ਸਾਰੀ ਕਦਰਦਾਨੀਅਤ ਹੈ। ਇਹ ਸਾਰੀ ਸਾਡੇ ਕਿਸੇ ਟੀਚਰ ਦੀ, ਕਿਸੇ ਉਸਤਾਦ ਦੀ, ਕਿਸੇ ਭਰਾ ਦੀ, ਕਿਸੇ ਈਵਨ ਕਿਸੇ ਓਪਰੇ ਦੀ। ਬਿਲਕੁਲ। ਤੇ ਜਿਵੇਂ ਅਸੀਂ ਸਿੱਖੀ ਦੇ ਆਸ਼ੀਸ਼ ਦੇਖਦੇ ਹਾਂ, ਅਸੀਂ ਤੇ ਗੁਰੂਆਂ ਦੀ ਬਾਤ ਕਰਦੇ ਹਾਂ। ਸਾਨੂੰ ਕਿਹਾ ਗਿਆ ਗੁਰੂ 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 ਕਰ ਮਨ ਮੋਹਨ, ਗੁਰੂ ਦੀ ਬਾਤ ਕਰ। ਇਹਨੂੰ ਹੋਰ ਸਰਲ ਕਰਾਂ, ਸਾਡੇ ਇੱਥੇ ਤੁਸੀਂ ਬਰੈਂਪਟਨ ਹਸਪੀਟਲ ਜਾਓਗੇ ਤੇ ਉਹਦੇ ਬਾਹਰ ਜਿਹੜਾ ਐਮਰਜੈਂਸੀ ਡਿਪਾਰਟਮੈਂਟ, ਉਹਦਾ ਨਾਂ ਹੈ ਗੁਰੂ ਨਾਨਕ ਐਮਰਜੈਂਸੀ। ਇੱਥੇ ਸਟੀਫਨ ਹਾਰਪਰ ਦੀ ਗੌਰਮੈਂਟ ਬਣੀ ਸੀਗੀ, ਜਸਟਿਨ ਟਰੂਡੋ ਤੋਂ ਪਹਿਲਾਂ ਉਹ ਗੌਰਮੈਂਟ ਰਹੀ ਲਗਾਤਾਰ, ਸ਼ਾਇਦ 3 ਟਰਮਸ ਆਈ, 2 ਵਾਰੀ ਉਹ ਜਿਹੜਾ ਹੈ ਮਿਨੋਰਿਟੀ 'ਚ ਆਈ, ਇੱਕ ਵਾਰੀ ਮੈਜੋਰਿਟੀ 'ਚ ਆਈ। ਜਦੋਂ ਫਸਟ ਟਰਮ ਵਿੱਚ ਬਣਿਆ ਉਸ ਵਕਤ ਉਹਨਾਂ ਨੇ ਇੱਕ ਇਨਕੁਆਇਰੀ ਇੱਥੇ ਕੰਡਕਟ ਕੀਤੀ। ਇਨਕੁਆਇਰੀ ਇਹ ਕੰਡਕਟ ਕੀਤੀ ਕਿ ਜਿਹੜੀਆਂ ਐਥਨਿਕ ਕਮਿਊਨਿਟੀਜ਼ ਨੇ, they are bringing their radical bags here in Canadian environment। ਉਹ ਜਿਹੜਾ ਆਪਣਾ ਰੈਡੀਕਲਿਜ਼ਮ ਹੈ ਉਹ ਇੱਥੇ ਲਿਆ ਰਹੇ ਨਾਲ। ਇਹਦੇ ਉੱਤੇ ਇਨਕੁਆਇਰੀ ਜਾਂ ਇੱਕ ਤਰ੍ਹਾਂ ਦੀ ਸਟੱਡੀ ਵਾਸਤੇ ਉਹਨਾਂ ਨੇ ਇੱਕ ਫੰਡ ਅਰੇਂਜ ਕੀਤਾ। ਉਸ ਫੰਡ ਦੇ ਵਿੱਚ ਕੁਝ ਲੋਕਾਂ ਨੂੰ ਜਿਹੜਾ ਹੈ ਡਿਊਟੀ ਦਿੱਤੀ, ਤੇ ਉਹਦੇ ਜਿਹੜੀ ਪ੍ਰੋਫੈਸਰ ਸੀਗੀ ਉਹ ਐਥਿਕਸ ਪੜ੍ਹਾਉਂਦੀ ਸੀ ਓਟਵਾ ਯੂਨੀਵਰਸਿਟੀ 'ਚ, ਮੈਡੀਕਲ ਡਿਪਾਰਟਮੈਂਟ ਦੇ ਵਿੱਚ। ਸ਼ੀ ਵਾਜ਼ ਇਨ ਚਾਰਜ ਆਫ ਦੈਟ project and she came here, she was totally new, she didn't know much about the community। तो वो इत्थे ਵੱਖਰੇ ਵੱਖਰੇ ਸਿੱਖਾਂ ਦੀ ਕਮਿਊਨਿਟੀ ਬਾਰੇ ਵੀ ਕੁਝ ਬਾਤ ਲੱਭ ਰਹੀ ਸੀਗੀ। ਉਹ UFT ਚਲੀ ਗਈ। UFT ਕੈਂਪਸ ਦੇ ਵਿੱਚ ਉਹਨੂੰ ਕੋਈ ਹੋਰ ਤੇ ਨਹੀਂ ਮਿਲਿਆ, ਮੇਰਾ ਇੱਕ ਸਟੂਡੈਂਟ ਮਿਲ ਗਿਆ। ਉਸ ਨੂੰ ਪੁੱਛਣ ਲੱਗੀ ਵੀ who are the Sikhs and what kind of belief system you guys have, all that। ਖੈਰ ਉਹ ਗੱਲਾਂ ਬਾਤਾਂ ਕਰਦੇ ਆ ਉੱਥੇ। ਉਹਨੇ ਮੈਨੂੰ ਨੰਬਰ ਡਾਇਲ ਕਰਤਾ, ਕਹਿੰਦੇ ਭਾਈ ਸਾਹਿਬ ਇੱਕ ਗੋਰੀ ਹੈ ਤੇ ਇਸ ਕਿਸਮ ਦੇ ਨਾਲ ਕੁਝ ਰਿਸਰਚ ਕੰਡਕਟ ਕਰ ਰਹੀ ਹੈ, ਇਫ ਯੂ ਅਲਾਓ ਮੀ ਦੈਨ ਸ਼ੀ ਰੀਅਲੀ ਵਾਂਟਸ ਟੂ ਮੀਟ ਯੂ। ਮੈਂ ਕੋਈ ਗੱਲ ਨਹੀਂ, ਬਿਜ਼ੀ ਸੀਗਾ। ਮੈਂ ਕਿਹਾ ਕੋਈ ਨਾ, ਤੂੰ ਲੈ ਆ। ਅਸੀਂ ਇੱਕ ਟਾਈਮ ਸੈੱਟ ਕੀਤਾ ਐਂਡ ਅਸੀਂ ਬੈਠੇ। ਉਸਨੇ ਮੈਨੂੰ ਬਹੁਤ ਸਾਰੇ ਨੋਟਸ ਵਿਖਾਏ, ਨੋਟਸ ਵੀ ਉਹਦੇ ਬੜੇ ਕਮਾਲ ਦੇ। ਉਹ ਕਹਿੰਦੀ ਆਈ ਹੈਵ ਬੀਨ ਐਕਚੁਅਲੀ ਡਿਫਰੈਂਟ ਪਲੇਸਿਸ, ਐਵਰੀਵਨ ਇਜ਼ ਗਿਵਿੰਗ ਡਿਫਰੈਂਟ ਇਨਫੋਰਮੇਸ਼ਨ, ਆਈ ਹੈਵ ਨੋ ਕਲੂ ਵੇਅਰ ਟੂ ਗੋ। ਮਾਈ ਫਸਟ ਕੁਐਸਚਨ ਇਜ਼ ਹੂ ਇਜ਼ ਗੁਰੂ ਨਾਨਕ। ਮੈਂ ਕਿਹਾ ਜੀ ਓਕੇ, being a Sikh believer I can tell you who is Guru Nanak. Being a academic kind of a reader or a person, then I can give you some sources where you can find out who is Guru Nanak. He is actually established a 5th organized religious school of thought in this world, which is totally dedicated to humanity, and whole human values are Sikhi values। ਇਸ ਕਿਸਮ ਦੀ ਗੱਲਬਾਤ ਹੋਈ। ਖੈਰ ਬਾਅਦ 'ਚੋਂ ਗੱਲਬਾਤ ਕਰਨ ਲੱਗਿਆ ਉਹ ਕਹਿਣ ਲੱਗੀ ਗੱਲ ਇਹ ਹੈ ਕਿ ਸਿੱਖਾਂ ਨੂੰ ਕੈਨੇਡੀਅਨ ਸੋਇਲ ਦੇ ਉੱਤੇ ਰਹਿੰਦਿਆਂ ਹੋਇਆਂ 100 ਸਾਲ ਤੋਂ ਉੱਤੇ ਸਮਾਂ ਹੋ ਚੱਲਾ ਆ। ਇੱਥੇ ਬਹੁਤ ਸਾਰੇ ਕੈਨੇਡੀਅਨ ਆਈਕਨਸ ਵੀ ਹੈਗੇ ਨੇ ਸਿੱਖਾਂ ਦੇ ਕੋਲ, ਸਿੱਖ ਕੈਨੇਡੀਅਨ ਆਈਕਨਸ, ਅਤੇ ਉਹਨਾਂ ਦੀ ਬੜੀਆਂ ਸਾਂਝਾਂ ਵੀ ਨੇ ਇੱਥੇ ਧਰਤੀ ਦੇ ਨਾਲ। ਬਟ ਸਿੱਖਾਂ ਨੇ ਇੱਕ ਫੰਡ ਰੇਜ਼ ਕੀਤਾ, ਅਤੇ ਫੰਡ ਰੇਜ਼ ਕਰਨ ਤੋਂ ਬਾਅਦ ਹਸਪੀਟਲ ਨੂੰ ਉਹ ਫੰਡ ਰੇਜ਼ ਡੋਨੇਟ ਕੀਤਾ, ਐਂਡ ਦੇ
put a cap toward hospital actually administration that they have to give this department name Guru Nanak Emergency. Why it happened in these manners? Can you explain it? मैं कह जी गल है कि number one thing, I'm not the authority who can actually tell you everything actually on the behalf of community. This is community actually work. But still, if you're asking me, but I can help you to understand why it's happening in these manners. पहली गल तो ये है कि मैनू नहीं लगता किसी ने इंटेंशनली ਇਹੋ ਜਿਹੀ ਕੋਈ ਗੱਲ ਸੋਚ ਕੇ ਐਵੇਂ ਕੀਤਾ ਹੋਏਗਾ. नो, ਇਹ ਅਨਕੌਂਸ਼ੀਅਸ ਪ੍ਰੈਕਟਿਸ ਵਿੱਚੋਂ ਆ ਰਿਹਾ ਆ. ਅਨਕੌਂਸ਼ੀਅਸ ਪ੍ਰੈਕਟਿਸ 'ਚ ਇਹ ਕਿ ਸਾਡਾ ਅਹਿਸਾਸ ਹੈ ਕਿ ਜਦੋਂ ਅਸੀਂ ਕਿਤੇ ਵੀ ਕਿਸੇ ਰੂਪ ਦੇ ਵਿੱਚ ਕੁਝ ਪ੍ਰਾਪਤ ਕਰੀਏ, ਕੁਝ ਕਰਨਾ ਚਾਹੀਏ, ਸਾਡੀ ਰਸਾਈ ਸਾਡੇ ਗੁਰੂ ਤੱਕ ਹੈ. ਇਹੀ ਸਿੱਖ ਬਲੀਵਰ ਹੈ. ਬਸ ਉਸ ਨੂੰ ਗੁਰੂ ਨਹੀਂ ਭੁੱਲਦਾ, ਉਹ ਗੁਰੂ ਯਾਦ ਕਰਦਾ, ਗੁਰੂ ਦੇ ਅਹਿਸਾਸ 'ਤੇ ਜਾਂਦਾ. ਸੋ ਹੋ ਸਕਦਾ ਜਦੋਂ ਰੇਡੀਓਥੌਰਨ ਕਿਤੇ ਸ਼ੁਰੂ ਹੋਈ ਹੋਏਗੀ, ਕਿਤੇ ਕਾਲ ਕੀਤੀ ਹੋਏਗੀ ਇਹ ਫੰਡ ਰੇਜ਼ਿੰਗ ਵਾਸਤੇ, ਦੈਟ ਟਾਈਮ ਸਮਵਨ ਹੈਜ਼ ਐਕਚੁਅਲੀ have got this idea and gave the idea to the authorities, let's put Guru Nanak's name here. ਇਹ ਰੂਪ ਹੋਇਆ ਗੁਰੂ ਨਾਨਕ ਨਾਲ. ਇਸ ਕਿਸਮ ਦੀ ਆਸਥਾ ਹੈ ਸਾਡੀ. ਇਹ ਰੂਪ ਹੈ ਸਮਾਵ ਕਿ ਅਸੀਂ ਨਾ ਵੀ ਚਾਹੀਏ ਤੇ ਗੁਰੂ ਦੇ ਨਾਲ ਇੱਕ ਸਾਡਾ ਰਿਸ਼ਤਾ ਆ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਜਗ੍ਹਾ ਤੇ ਬੜਾ ਖੂਬਸੂਰਤ ਬਿਆਨ ਕੀਤਾ. ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ. ਉਹ ਕਹਿੰਦੇ ਇਹਦੇ 'ਚ ਕੋਈ ਹੋਰ ਧਰਮ ਆਭਾ ਦੀ ਬਾਤ ਹੀ ਨਹੀਂ. ਇਹਦੀ ਹੋਂਦ, ਇਹਦੀ ਹਸਤੀ ਇਹ ਗੁਰੂ ਦੇ ਨਾਲ ਹੀ ਹੈ. ਜੇ ਗੁਰੂ ਨੂੰ ਵਿੱਚੋਂ ਕੱਢੋ ਇਹ ਕੁਛ ਵੀ ਨਹੀਂ ਬਚਣਾ ਪਿੱਛੇ. ਸੋ ਇਹ ਰੂਪ ਜਿਹੜਾ ਆ ਇਹ ਹੈ ਕਿ ਜਿਸ ਨੇ ਕੋਈ ਸਾਡੇ ਵਾਸਤੇ ਕੀਤਾ ਹੋਏ, ਤੇ ਖਾਸ ਕਰਕੇ ਜਿਨ੍ਹਾਂ ਜਨਰੇਸ਼ਨਸ ਦੇ ਵਿੱਚ ਇਸ ਕਿਸਮ ਦਾ ਅਹਿਸਾਸ ਲਗਾਤਾਰ ਬਹਿ ਜਾਏ, ਫਿਰ ਉਹਦੇ ਪ੍ਰਤੀ ਉਹ ਸ਼ੋਭਨੀਕ ਰੂਪ ਵਿੱਚ ਸ਼ੁਕਰਗੁਜ਼ਾਰ ਹੁੰਦੇ ਨੇ. ਇਹ ਤਰੀਕੇਕਾਰ ਤਾਂ ਸਾਡੇ ਅੰਦਰ ਵਰਤਦੀ ਹੈ. ਸੋ ਜਿਹੜਾ ਉਹ ਮੌਲਿਕ ਗੱਲ ਹੋਈ ਕਿ ਗੁਰੂ ਸਾਡੀ ਅਨਕੌਂਸ਼ੀਅਸ ਸੁਰਤ 'ਚ ਹੀ ਬੈਠਾ ਹੈਗਾ. ਜਿਹੜਾ ਬਚਨ ਇੱਥੇ ਮਹਾਰਾਜ ਨੇ ਕਿਹਾ ਨਾ ਵੀ ਗੁਰਮੁਖ ਸੋਭਾ ਪਾਵਣਿਆ, ਜਿਹੜੇ ਤੇ ਗੁਰੂ ਦੀ ਵੀ ਬਾਤ ਇੱਥੇ ਗੁਰੂ ਨਾਨਕ ਦੀ ਬਾਤ ਕਰਦੇ ਆ. ਤੇ ਗੁਰੂ ਨਾਨਕ ਆਪ ਵੀ ਕਹਿੰਦਾ ਕਿ ਮੈਂ ਸ਼ਬਦ ਗੁਰੂ ਦਾ ਉਪਾਸ਼ਕ ਹਾਂ, ਸ਼ਬਦ ਗੁਰੂ ਸੁਰਤ ਤੁਹਾਨੂੰ ਚੇਲਾ, ਮੇਰਾ ਤਾਂ ਗੁਰੂ ਹੀ ਸ਼ਬਦ ਆ. ਸੋ ਗੁਰੂ ਤੇ ਭਾਈ ਗੁਰਦਾਸ ਜੀ ਵੀ ਕਹਿੰਦੇ, ਜਦੋਂ ਉਹ ਕਹਿੰਦੇ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰੂ ਨਾਨਕ ਨੂੰ ਗੁਰਮੁਖ ਕਹਿ ਰਹੇ ਨੇ, ਉਹ ਜਿਹਦਾ ਮੂੰਹ ਗੁਰੂ ਵਾਲੇ ਪਾਸੇ ਹੈ. ਤੇ ਗੁਰੂ ਰੱਬ ਦੇ ਗਿਆਨ ਦੀ ਆਭਾ ਨੂੰ ਮੰਡਿਤ ਹੋਣ ਵਾਲਾ ਵਿਚਾਰ ਆ, ਖਿਆਲ ਆ, ਔਰ ਸੋਚ ਆ, ਉਹਦੀ ਬਾਤ ਹੋ ਰਹੀ ਹੈ ਇੱਥੇ. ਜਿਸ ਨੇ ਉਸ ਸੋਚ ਨੂੰ, ਉਸ ਨਿਰੰਕਾਰੀ ਜੋਤ ਨੂੰ, ਪ੍ਰਕਾਸ਼ ਨੂੰ, ਉਸ ਇਨਲਾਈਟਮੈਂਟ ਨੂੰ ਅਡਾਪਟ ਕੀਤਾ ਤੇ ਜੀਵਨ ਉਹਦੇ ਪ੍ਰਕਾਸ਼ ਵਿੱਚ ਜੀਣਾ ਸ਼ੁਰੂ ਕਰਤਾ, ਉਹਦੀ ਸੋਭਾ ਹੋਏਗੀ, ਉਹਦੀ ਵਡਿਆਈ ਹੋਏਗੀ, ਹਰ ਲੈਵਲ ਤੇ ਹੋਏਗੀ. ਉਹ ਬਾਤ ਗੁਰੂ ਰਾਮਦਾਸ ਸਾਹਿਬ ਵਿੱਚ ਬਿਆਨ ਕਰਦੇ. ਅਗਲਾ ਬਚਨ ਜੇ ਅਸੀਂ ਦੇਖਦੇ ਹਾਂ ਤੇ ਮਹਾਰਾਜ ਬਿਆਨ ਕਰਦੇ, ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨਾ ਕੋਈ. ਉਸ ਨਿਰੰਕਾਰੀ ਦੀ ਗੱਲ ਹੋ ਰਹੀ ਹੈ ਜੋ ਜ਼ਰਰੇ ਜ਼ਰਰੇ 'ਚ ਮੌਜੂਦ ਹੈ. ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੂੰ ਦਇਆਲ ਹੈ, ਦਇਆ ਦਾ ਸੋਮਾ ਹੈ, ਤਰਸ ਦਾ ਘਰ ਹੈ. ਧਰਮ ਦੋ ਚੀਜ਼ਾਂ ਦੇ ਵਿੱਚ ਬੜਾ ਇੱਕ ਤਰ੍ਹਾਂ ਦੇ ਨਾਲ ਬੱਝਾ ਹੋਇਆ ਹੈ. ਵਨ ਇਜ਼ ਕਰਸ, ਵਨ ਇਜ਼ ਬਲਿਸ. ਵਰ ਸਰਾਪ, ਇਹਦੇ 'ਚ ਹੀ ਪਾਪ ਪੁੰਨ ਆ ਜਾਂਦੇ. ਫਿਰ ਐਕਚੁਅਲੀ ਬੰਦਾ ਕੁਝ ਬਲੀਵ ਲੈ ਲੈਂਦਾ ਤਾਂ ਉਹਨਾਂ ਬਲੀਵਸ ਦੇ ਵਿੱਚ ਫਿਰ ਪਾਪ ਪੁੰਨ ਦੇ ਚੱਕਰ 'ਚ ਪੈ ਜਾਂਦਾ ਤੇ ਸੋਚਦਾ ਜੇ ਕਿਤੇ ਮੈਂ ਰੱਬ ਦੇ ਇਹਨਾਂ ਅਸੂਲਾਂ ਨੂੰ, ਇਹਨਾਂ ਚੀਜ਼ਾਂ ਨੂੰ ਨਾ ਮੰਨਿਆ, ਮੈਨੂੰ ਪਾਪ ਲੱਗੇਗਾ, ਰੱਬ ਸਜ਼ਾ ਦੇਵੇਗਾ. ਤੇ ਇਹ ਬਾਤ ਲਗਾਤਾਰ ਪਾਈ ਵੀ ਜਾਂਦੀ. ਮੈਂ ਤੇ ਬਹੁਤ ਵੱਡੇ ਲੈਵਲ 'ਤੇ ਇਸ ਚੀਜ਼ ਨੂੰ ਦੇਖਿਆ ਆ ਬੱਚਿਆਂ ਦੇ ਵਿੱਚ, ਯੰਗਸਟਰਸ ਦੇ ਵਿੱਚ, ਪਰਿਵਾਰਾਂ ਦੇ ਬਲੀਵ ਸਿਸਟਮ ਦੇ ਵਿੱਚੋਂ ਉਹ ਵਿਚਾਰੇ ਕਈ ਵਾਰੀ ਸਟਕ ਹੋ ਜਾਂਦੇ. ਜੀਵਨ ਆ, ਗਲਤੀਆਂ ਹੁੰਦੀਆਂ, ਗੁਸਤਾਖੀਆਂ ਹੁੰਦੀਆਂ, ਮਿਸਟੇਕਸ ਹੁੰਦੀਆਂ, ਤੇ ਜਿੱਥੇ ਕਿਤੇ ਲੱਗਦਾ ਵੀ ਉਹ ਹੋਏ ਤੇ ਗਲਤੀ ਬੜੀ ਵੱਡੀ ਹੋ ਗਈ, ਰੱਬ ਸਜ਼ਾ ਦੇਵੇਗਾ, ਬਸ ਮਾਰੇ ਗਏ. ਹੁਣ ਉਹਨਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਵੀ ਨਾ ਉਹਨਾਂ ਦੇ ਮੁਰਾਲ ਨੂੰ ਉੱਚਿਆਂ ਚੁੱਕ ਸਕਦੇ, ਨਾ ਕੁਛ. ਹਾਲਾਂਕਿ ਬਾਣੀ ਕਹਿ ਰਹੀ ਹੈ ਤੂੰ ਦਇਆਲ, ਉਹ ਦਇਆ ਕਰਨ ਵਾਲਾ, ਉਹ ਕੰਪੈਸ਼ਨੇਟ ਆ, ਉਹ ਕੰਪੈਸ਼ਨ ਦੇ ਗਰਾਊਂਡ 'ਤੇ ਖੜਾ ਆ. ਦੋ ਲਫ਼ਜ਼ਾਂ ਦੇ ਸੁਮੇਲ ਨਾਲ ਬਣਿਆ ਦਿਆਲ ਲਫ਼ਜ਼ ਆ. ਦਇਆ ਜਿਸ ਨੂੰ ਅਸੀਂ ਕਾਇੰਡਨੈਸ ਕਹਿੰਦੇ ਆ, ਆਲਿਆ ਘਰ, ਉਹਦਾ ਘਰ ਹੀ ਕਾਇੰਡਨੈਸ ਦਾ ਆ, ਉਹਦਾ ਘਰ ਹੀ ਕਿਸੇ ਕਟਸੀ, ਕਿਸੇ ਕਰੁਣਾ ਦਾ ਬਣਿਆ ਹੋਇਆ. ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੇ ਤੂੰ ਕਿਰਪਾ ਦਾ ਮਤਲਬ ਉਸ ਰੂਪ ਵਿੱਚ, ਪ੍ਰਭ ਦਾ ਮਤਲਬ ਹੁੰਦਾ ਕਿਸੇ ਨੂੰ ਪ੍ਰੇਰਨ ਵਾਲਾ. ਉਹ ਇਕੱਲਾ ਦਇਆ ਦਾ ਘਰ ਹੀ ਨਹੀਂ, ਕਿਰਪਾ ਦਾ ਘਰ ਨਹੀਂ, ਉਹ ਕਿਰਪਾ ਦੇ ਰੂਪ ਵਿੱਚ ਪ੍ਰੇਰਕ ਵੀ ਹੈ. ਜੇ ਉਸ ਪ੍ਰੇਰਕ ਦੀ ਬਾਤ ਇਸ ਤਰੀਕੇ ਨਾਲ ਦੇਖੋਗੇ ਤੇ
ਸੰਸਾਰ ਸਮਾਜ ਦੇ ਵਿੱਚ ਅੱਜ ਵੀ ਲੋਕ ਨੇ ਜਿਹੜੇ ਬੜੇ ਲੋੜਵੰਦ ਨੇ, ਜਿਨ੍ਹਾਂ ਨੂੰ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦਾ ਜੀਵਨ ਨਹੀਂ ਚੱਲ ਸਕਦਾ ਜੇ ਕੋਈ ਉਹਨਾਂ ਨੂੰ ਕਿਸੇ ਰੂਪ ਦੇ ਵਿੱਚ ਕੁਝ ਦਾਨ ਪੁੰਨ ਨਾ ਕਰੇ, ਨਾ ਕੁਝ ਦਏ ਨਾ। ਤੇ ਇਸ ਰੂਪ ਦੇ ਅੰਦਰ ਜਿਵੇਂ ਸਾਡੇ ਆਲ ਓਵਰ ਕੈਨੇਡਾ ਦੇ ਵਿੱਚ ਫੂਡ ਬੈਂਕਸ ਚੱਲਦੇ ਨੇ ਵੱਡੇ ਲੈਵਲ 'ਤੇ, ਅਤੇ ਉਹਨਾਂ ਦੇ ਵਿੱਚ ਲਗਾਤਾਰ ਹਜ਼ਾਰਾਂ ਲੱਖਾਂ ਲੋਕ ਮਤਲਬ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਨੇ। ਅਤੇ ਸੱਚ ਹੈ ਜਿੱਥੇ ਲੱਖਾਂ ਲੋਕ ਲੈਣ ਵਾਲੇ ਨੇ, ਲੱਖਾਂ ਲੋਕ ਦੇਣ ਵਾਲੇ ਵੀ ਨੇ। ਜਿਹੜੇ ਦੇ ਰਹੇ ਨੇ ਵਟ ਆਰ ਦੇ ਗੈਟਿੰਗ ਫਰੋਮ ਦੇਅਰ, ਜਿਹੜੇ ਲੈਣ ਜਾ ਰਹੇ ਉਹ ਤਾਂ ਫੂਡ ਲੈ ਕੇ ਆ ਰਹੇ, ਪਰ ਜਿਹੜੇ ਡੋਨੇਟ ਕਰਨ ਜਾਂਦੇ ਵਟ ਆਰ ਦੇ ਗੈਟਿੰਗ, ਉਹ ਕੀ ਲੈ ਕੇ ਆ ਰਹੇ ਨੇ? ਉਹਨਾਂ 'ਚ ਇੱਕ ਸੈਟਿਸਫੈਕਸ਼ਨ ਆ ਰਹੀ ਹੈ, ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ। ਆਹ ਜਿਹੜਾ ਰੂਪ ਆ ਇਹ ਰੱਬ ਬਖਸ਼ ਰਿਹਾ ਹੈ, ਇਹ ਪ੍ਰੇਰਨਾ ਦੇ ਰਿਹਾ, ਇਹ ਉਹ ਦਇਆ ਦਾ ਘਰ ਹੈ। ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੂੰ ਪ੍ਰੇਰਨਾ ਵੀ ਕਰਨ ਵਾਲਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਈ। ਤੇ ਗੁਰੂ ਸਾਹਿਬ ਕਹਿੰਦੇ ਤੇਰੇ ਤੋਂ ਬਿਨਾਂ ਕੋਈ ਹੋਰ ਦੂਜਾ ਹੈ ਵੀ ਨਹੀਂ, ਨਿਰੰਕਾਰੀ ਤੂੰ ਹੀ ਹੈ, ਤੂੰ ਹੀ ਸਭ ਵਿੱਚ ਰਵ ਕੇ ਇਹ ਸਭ ਅਮਲ ਕਰ ਰਿਹਾ ਹੈ। ਗੁਰੂ ਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ। ਗੁਰੂ ਪ੍ਰਸਾਦ ਦੇਵੇ, ਪ੍ਰਸਾਦ ਸਾਡੇ ਘਰ 'ਚ ਬੜਾ ਪਿਆਰਾ ਲਫ਼ਜ਼ ਹੈ। ਅਸੀਂ ਪ੍ਰਸਾਦ ਦੋ ਰੂਪਾਂ 'ਚ ਯੂਜ਼ ਕਰਦੇ ਹਾਂ, ਇੱਕ ਤੇ ਤਿਹਾਵਲ ਲੈਣੀ, ਦੇਗ ਲੈਣੀ, ਪ੍ਰਸ਼ਾਦ ਅਸੀਂ ਕਹਿੰਦੇ ਹਾਂ ਉਸ ਨੂੰ। ਦੂਸਰਾ ਪ੍ਰਸਾਦ ਗੁਰੂ ਕਾ ਸ਼ਬਦ ਸੰਦੇਸ਼ ਆ। ਅਸੀਂ ਗੁਰੂ ਕੇ ਹਜ਼ੂਰ ਆਈਏ, ਜਿੱਥੇ ਦੇਗ ਤਿਹਾਵਲ ਲੈਣੀ ਹੈ ਉੱਥੇ ਕੁਝ ਸੰਦੇਸ਼ ਵੀ ਗੁਰੂ ਕਾ ਲੈਣਾ, ਬਚਨ ਲੈਣਾ, ਖਿਆਲ ਲੈਣਾ। ਕਿਆ ਗੁਰ ਪ੍ਰਸਾਦ ਕਰੇ ਨਾਮ ਦੇਵੈ, ਜਦੋਂ ਗੁਰੂ ਤਰਸ ਕਰਦਾ ਪ੍ਰਸਾਦ ਦਿੰਦਾ ਫਿਰ ਇਹ ਨਾਮ ਦੀ ਦਾਤ ਦੇ ਦਿੰਦਾ। ਅਤੇ ਇੱਥੇ ਨਾਮ ਨੂੰ ਇੱਕ ਜੇ ਮੈਂ ਲੈਂਗੁਇਸਟਿਕ ਸਾਈਡ ਤੋਂ ਲੈ ਕੇ ਆਵਾਂ, ਮਤਲਬ ਪਾਰਟ ਆਫ ਸਪੀਚ ਦੇ ਤੌਰ 'ਤੇ, ਅਤੇ ਇਹ ਨਾਮ ਐਕਟ ਕਰੇਗਾ ਇੱਥੇ ਪਹਿਲੀ ਸਾਰੀ ਦੱਸੀ ਹੋਈ ਧਾਰਾ ਦੇ ਉਹਦੇ ਪੜਨਾਮ ਦੇ ਰੂਪ ਦੇ ਵਿੱਚ। ਜੋ ਬਾਤ ਉੱਥੇ ਸਾਰੀ ਕੀਤੀ ਗਈ ਜਿਹਦੀ ਡਿਸਕਸ਼ਨ ਹੋਈ, ਉਸ ਨਾਮ ਦੀ ਗੱਲ ਹੋਣ ਲੱਗੀ ਇੱਥੇ, ਉਸ ਸੋਚ ਦੀ। ਕਿਆ ਗੁਰ ਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਵਾਮਣਿਆ। ਤੂੰ ਨਾਮ ਪ੍ਰਾਪਤ ਕਰਕੇ ਮਨੁੱਖ ਨਾਮੀ ਦੇ ਵਿੱਚ ਹੀ ਸਮਾ ਜਾਂਦਾ। ਅਗਲਾ ਬਚਨ ਹੈ ਤੂੰ ਆਪੇ ਸੱਚਾ ਸਿਰਜਣਹਾਰਾ। ਬਾਕੀ ਰੱਬ ਜੀ ਤੇਰੇ ਬਾਰੇ ਕੀ ਕਵਾਂਗੇ, ਤੂੰ ਤੇ ਰਹਿਣ ਵਾਲਾ ਆ। ਸੱਚਾ ਦਾ ਮਤਲਬ ਇਹ ਹੁੰਦਾ ਸਿਰਜਣਹਾਰਾ, ਸਾਨੂੰ ਬਣਾਉਣ ਵਾਲਾ ਆ। ਤੇਰੀ ਹੋਂਦ ਸਾਡੇ ਸਾਰਿਆਂ ਦੇ ਬਣਾਉਣ ਸਾਜਣ ਦੇ ਵਿੱਚ ਮੌਜੂਦ ਆ, ਅਤੇ ਤੂੰ ਹੀ ਸਾਨੂੰ ਸਭ ਨੂੰ ਬਣਾਉਣ ਸਾਜਣ ਵਾਲਾ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ। ਅਤੇ ਤੇਰੇ ਭੰਡਾਰ ਭਗਤੀ ਨਾਲ ਭਰੇ ਹੋਏ ਨੇ। ਇਹ ਸਮਾਂ ਰਿਹਾ, ਵਕਤ ਰਿਹਾ, ਜਦੋਂ ਜਿਹਨੂੰ ਸਾਹਿਬ ਨੇ ਕਿਹਾ ਕਿ ਸੱਚ ਕਾਲ ਕੂੜ ਵਰਤਿਆ, ਮਤਲਬ ਕਈ ਵਾਰ ਸੱਚ ਦਾ ਵੀ ਕਾਲ ਪੈ ਜਾਂਦਾ। ਜਿਵੇਂ ਵਕਤੀ ਤੌਰ 'ਤੇ ਕਈ ਵਾਰ ਹੁੰਦਾ ਕਿ ਕਿਤੇ ਫਲੱਡਿੰਗ ਹੋ ਜਾਂਦੀ, ਅਤੇ ਕਈ ਵਾਰ ਐਸਾ ਵੀ ਹੁੰਦਾ ਮੀਂਹ ਨਾ ਪੈਂਦਾ, ਡਰਾਟ ਹੋ ਗਿਆ, ਬੂਟੇ ਸੁੱਕ ਗਏ, ਧਰਤੀ ਸੁੱਕ ਗਈ ਬਿਲਕੁਲ। ਇਹੋ ਜਿਹਾ ਸਮਾਂ ਵੀ ਹੁੰਦਾ ਕਮਿਊਨਿਟੀ ਵਿੱਚ, ਸਮਾਜਾਂ ਵਿੱਚ, ਦੁਨੀਆ 'ਤੇ, ਜਿੱਥੇ ਲੋਕ ਜਿਹੜੇ ਨੇ ਉਹ ਬਿਲਕੁਲ ਕਿਤੇ ਅਸੂਲਾਂ, ਗੁਣਾਂ, ਇਹਨਾਂ ਚੀਜ਼ਾਂ ਤੋਂ ਬਿਲਕੁਲ ਸਖਣੇ ਹੋ ਜਾਂਦੇ, ਵਿਰਵੇ ਹੋ ਜਾਂਦੇ। ਇਹ ਪੋਸੀਬਿਲਿਟੀ ਹੈ। ਜਿਹੜਾ ਬਚਨ ਲਿਖਿਆ ਮਹਾਰਾਜ ਨੇ ਕਿ ਜਦੋਂ ਇਹੋ ਜਿਹਾ ਕੋਈ ਮਹਿਸੂਸ ਹੋਏ ਵੀ ਉਹ ਭਗਤੀ ਦਾ ਭਾਵਤ ਵੀ ਖਤਮ ਹੋ ਗਿਆ, ਸਾਹਿਬ ਕਹਿੰਦੇ ਉਸ ਨਿਰੰਕਾਰ ਨਾਲ ਜੁੜੀ, ਭਗਤੀ ਭਰੇ ਤੇਰੇ ਭੰਡਾਰਾ। ਉਹਦੇ ਭੰਡਾਰ ਭਗਤੀ ਨਾਲ ਭਰੇ ਹੋਏ ਨੇ। ਤੈਨੂੰ ਲੱਗੇ ਕੋਈ ਮੈਨੂੰ ਤੇ ਕਿਤੋਂ ਦਿਸੀ ਰਿਹਾ ਕੋਈ ਬੰਦਾ ਚੰਗਾ, ਬਾਬਾ ਜੀ ਕਹਿੰਦੇ ਉਹਦੇ ਨਾਲ ਜੁੜੀ, ਤੂੰ ਚੰਗਾ ਬਣ ਸਕੇਗਾ, ਤੈਨੂੰ ਭੰਡਾਰੇ 'ਚੋਂ ਦਾਤ ਮਿਲੇਗੀ। ਗੁਰਮੁਖ ਨਾਮ ਮਿਲੈ ਮਨ ਭੀਜੈ, ਸਹਿਜ ਸਮਾਧ ਲਗਾਵਣਿਆ। ਜਿਹੜਾ ਫਿਰ ਗੁਰੂ ਵੱਲ ਮੂੰਹ ਕਰਕੇ ਇਸ ਨਾਮ ਦਾ ਮਾਲਕ ਬਣੇ, ਨਾਮ ਦੀ ਦਾਤ ਪ੍ਰਾਪਤ ਕਰੇ, ਮਨ ਭੀਜੈ, ਮਨ ਭਿੱਜ ਜਾਏਗਾ ਉਹਦਾ, ਤੇ ਹੋਏਗਾ ਕਿ ਸਹਿਜ ਸਮਾਧ ਲਗਾਵਣਿਆ। ਸਹਿਜ ਸਮਾਧ ਇੱਥੇ ਤੇ ਯਤਨ ਕਰ ਕਰਕੇ ਵੀ ਬੰਦਾ ਆਪਣੀ ਸੁਰਤ ਨਹੀਂ ਟਿਕਾ ਸਕਦਾ, ਮਨ ਦੀ ਭਟਕਣਾ ਨਹੀਂ ਹਟਦੀ। ਤੇ ਫਿਰ ਐਸਾ ਵੀ ਹੈ ਕਿ ਲੋੜ ਹੀ ਨਹੀਂ, ਅੱਖਾਂ ਬੰਦ ਕਰਨ ਤੱਕ ਦੀ ਵੀ ਲੋੜ ਨਹੀਂਗੀ। ਅੰਦਰ ਇੱਕ ਖਿਆਲ ਰੱਬ ਦਾ, ਰੱਬੀ ਹਸਤੀ ਦਾ ਆਪਣੇ ਆਪ ਸਹਿਜ ਸਮਾਧ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਏਗਾ। ਬੜੀਆਂ ਹਾਇਰ ਲੈਵਲ ਦੀਆਂ ਇਹ ਰਾਵਾਂ ਨੇ, ਟੀਚਿੰਗਸ ਨੇ, ਜਿਹੜੀਆਂ ਗੁਰੂ ਮਹਾਰਾਜ ਇਹਨਾਂ ਬਚਨਾਂ ਦੇ ਜ਼ਰੀਏ ਸਾਨੂੰ ਬਖਸ਼ ਰਹੇ ਨੇ। ਹੋਪ ਅਸੀਂ ਜਿੱਥੇ ਇੰਜੋਏ ਕਰ ਰਹੇ ਹਾਂ ਉੱਥੇ ਨਾਲ ਦੀ ਨਾਲ ਇਹਨਾਂ ਦੇ ਅਸਰਾਰ ਹੇਠ ਆਪਣੇ ਮਨ ਨੂੰ ਲੈ ਆਈਏ, ਅਤੇ ਇਹਨਾਂ ਬੋਲਾਂ ਬਚਨਾਂ ਦੇ 'ਚ ਜੋ ਸਿੱਖਿਆ ਦਿੱਤੀ ਗਈ ਹੈ ਉਹਦੇ ਧਾਰਨੀ ਹੋ ਜਾਈਏ। ਇੰਨੀਆਂ ਕੁ ਬੇਨਤੀਆਂ ਨਾਲ ਹੀ ਮੈਂ ਖਿਮਾ ਮੰਗਾਂਗਾ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਇੱਕ ਵਾਰ ਫਿਰ ਸ਼ਹੀਦ ਸਰਦਾਰ ਬੇਅੰਤ ਸਿੰਘ ਦੇ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆਂ ਇੱਥੇ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।